ਇਹ ਚੈਨਲ ਅਵਤਾਰ ਕਮਾਲ 'ਤੇ ਜੀ ਆਇਆਂ ਨੂੰ। ਪਹਿਲਾਂ ਆਪਾਂ ਮਿੰਨੀ ਕਹਾਣੀ ਪੜ੍ਹਦੇ ਹਾਂ। ਘਰ ਦੇ ਰੱਬ। ਦਰਵਾਜ਼ੇ ਨੂੰ ਜਦੋਂ ਘਰ ਦੇ ਬਜ਼ੁਰਗਾਂ ਦੇ ਮੂੰਹ ਵੱਲ ਧੱਕਿਆ ਤਾਂ ਉਹ ਗੁੱਸੇ ਨਾਲ ਭਰਿਆ ਤੜਾਕ ਦੀ ਜ਼ੋਰਦਾਰ ਆਵਾਜ਼ ਕੱਢ ਬੈਠਾ। ਬਾਹਰ ਮੌਲੇ ਧਾਰ ਮੀਂਹ ਪੈ ਰਿਹਾ ਸੀ। ਕੁੰਡੀ ਵੀ ਦਰਦ ਨਾਲ ਚੀਖ ਉੱਠੀ। ਉਹ ਇਸ ਸਭ ਤੋਂ ਬੇਖਬਰ ਰਸੋਈ ਵਿੱਚ ਦਫ਼ਤਰ ਤੋਂ ਆਏ ਘਰ ਵਾਲੇ ਲਈ ਚਾਹ ਪਾਣੀ ਦਾ ਪ੍ਰਬੰਧ ਕਰ ਰਹੀ ਸੀ। ਅਚਾਨਕ ਕੜਕਦੀ ਬਿਜਲੀ ਤੋਂ ਘਬਰਾ ਗਈ, ਜਿਵੇਂ ਦੂਰ ਕਿਤੇ ਬੱਦਲ ਫਟਿਆ ਹੋਵੇ ਅਤੇ ਤੇਜ਼ ਮੀਂਹ ਸ਼ੁਰੂ ਹੋ ਗਿਆ ਹੋਵੇ। ਬਾਰੀ ਜ਼ੋਰ-ਜ਼ੋਰ ਨਾਲ ਖੜਕਣ ਲੱਗ ਪਈ। ਉਹ ਤੇਜ਼ੀ ਨਾਲ ਬਾਰੀ ਬੰਦ ਕਰਨ ਵੱਲ ਹੋਈ ਤਾਂ ਹੈਰਾਨ ਰਹਿ ਗਈ। ਸੱਸ ਸਹੁਰਾ ਮੀਂਹ 'ਚ ਸੜਕ 'ਤੇ। ਉਹਦਾ ਮਨ ਇੱਕਦਮ ਪਰੇਸ਼ਾਨ ਹੋ ਗਿਆ। ਆ ਬਾਹਰ ਵੇਖ, ਪਾਪਾ ਜੀ ਆਪਣਾ ਘਰ ਲੱਭ ਰਹੇ ਨੇ। ਸ਼ਾਇਦ ਘਰ ਦਾ ਨੰਬਰ ਭੁੱਲ ਗਏ ਨੇ। ਮੈਂ ਜਲਦੀ ਨਾਲ ਲੈ ਆਉਂਦੀ ਹਾਂ। ਰੁਕ ਜਰਾ, ਮੈਂ ਬਾਹਰੋਂ ਮੋੜਤਾ। ਉਹਨਾਂ ਨੂੰ ਲਿਆਉਣ ਦੀ ਲੋੜ ਨਹੀਂ। ਟਾਈ ਦੀ ਗੰਢ ਢਿੱਲੀ ਕਰਦੇ ਹੋਏ ਉਹ ਖਿਝ ਪਿਆ। ਅਜਿਹਾ ਕਿਉਂ ਕੀਤਾ? ਉਹ ਆਪਣੇ ਪਿਤਾ ਜੀ ਨੇ। ਉਸ ਉੱਪਰ ਹੈਰਾਨੀ ਚੜ੍ਹ ਗਈ। ਪੈਸੇ ਸਮੇਂ ਸਿਰ ਭੇਜ ਤਾਂ ਦਿੰਨਾ। ਇੱਥੇ ਆਉਣ ਦੀ ਜ਼ਰੂਰਤ ਹੀ ਨਹੀਂ ਸੀ ਇਹਨਾਂ ਨੂੰ। ਇੰਨਾ ਰੁੱਖਾਪਣ। ਉਹ ਹਤਾਸ਼ ਸੀ। ਮਾਂ ਪਿਓ ਘਰ ਦੇ ਰੱਬ ਹੁੰਦੇ ਨੇ। ਇਹ ਨਾ ਭੁੱਲੋ, ਆਪਣੇ ਵੀ ਬੱਚੇ ਹਨ। ਤੂੰ ਨਹੀਂ ਜਾਣਦੀ, ਸਾਰੀ ਜ਼ਿੰਦਗੀ ਇਹਨਾਂ ਨੂੰ ਝੱਲਿਆ। ਚੱਲ ਜਲਦੀ ਬਾਰੀ ਬੰਦ ਕਰ, ਨਹੀਂ ਬਾਰੀ ਬੰਦ ਹੋਵੇਗੀ। ਤੁਸੀਂ ਝੱਲ ਲਿਆ, ਹੁਣ ਮੇਰੀ ਵਾਰੀ ਆ। ਘਰ ਵਾਲੇ ਨੂੰ ਝਿੜਕਦੀ ਹੋਈ ਉਹ ਦਰਵਾਜ਼ੇ ਵੱਲ ਹੋਈ ਤਾਂ ਜਿਵੇਂ ਦਰਵਾਜ਼ਾ ਤੇ ਕੁੰਡੀ ਖੁਸ਼ੀ ਨਾਲ ਚਹਿਕ ਪਏ ਹੋਣ। ਕੰਧ 'ਤੇ ਅਚਾਨਕ ਆਈ ਨਮੀ ਵੀ ਅਲੋਪ ਹੋ ਗਈ। ਇਹ ਮਿੰਨੀ ਕਹਾਣੀ ਕਿਤਾਬ ਹਿੰਦੀ ਲਘੂ ਕਥਾਵਾਂ ਕਾਗਜ਼ ਦਾ ਪਿੰਡ ਵਿੱਚੋਂ ਲਈ ਗਈ ਹੈ। ਇਹ ਕਿਤਾਬ ਦੇ ਲੇਖਕ ਕਾਂਤਾ ਰਾਏ ਜੀ ਹਨ ਤੇ ਪੰਜਾਬੀ ਅਨੁਵਾਦ ਵਿਵੇਕ ਕੋਟੀਸੇ ਖਾਂ ਜੀ ਨੇ ਕੀਤਾ ਹੈ। ਪ੍ਰੇਰਨਾ ਪ੍ਰਕਾਸ਼ਕ ਅੰਮ੍ਰਿਤਸਰ ਵੱਲੋਂ ਛਾਪੀ ਗਈ ਹੈ। ਇਹ ਕਿਤਾਬ ਵਿੱਚ 32 ਮਿੰਨੀ ਕਹਾਣੀਆਂ ਹਨ। ਉਪਰੋਕਤ ਕਹਾਣੀ ਘਰ ਦੇ ਰੱਬ ਵਿੱਚ ਮਾਂ-ਬਾਪ ਦੀ ਅਹਿਮੀਅਤ ਦੱਸੀ ਹੈ ਕਿ ਮਾਂ-ਬਾਪ ਹੀ ਤੁਹਾਡੇ ਰੱਬ ਹਨ। ਉਹਨਾਂ ਨੇ ਸਾਨੂੰ ਜਨਮ ਦਿੱਤਾ, ਪਾਲਿਆ, ਫਿਰ ਉਹਨਾਂ ਘਰੋਂ ਬਾਹਰ ਕੱਢ ਦਈਏ ਤਾਂ ਚੰਗੀ ਗੱਲ ਨਹੀਂ। ਜਿਵੇਂ ਕਹਿੰਦੇ ਹਨ, ਮਾਂ-ਪਿਓ ਤੀਰਥ ਮਾਂ-ਪਿਓ ਮੱਕਾ, ਵਡੇਂਦੀ ਵਾਰ ਨਾ ਦਈਏ ਧੱਕਾ। ਬਹੁਤ ਵਧੀਆ ਕਹਾਣੀ ਹੈ। ਇੱਕ ਹੋਰ ਕਹਾਣੀ ਪੜ੍ਹਦੇ ਹਾਂ। ਝੂਠਾ ਪ੍ਰਚਾਰ। ਉਹ ਬਦਨਾਮ ਜਨਾਨੀ ਆ, ਉਸ ਤੋਂ ਦੂਰ ਹੀ ਰਹੀਂ। ਇਸ ਨਵੇਂ ਮੁਹੱਲੇ ਵਿੱਚ ਜਦੋਂ ਰਹਿਣ ਲਈ ਸਭ ਤੋਂ ਪਹਿਲਾਂ ਇਹੋ ਹਦਾਇਤਨੁਮਾ ਸੁਝਾਅ ਮਿਲਿਆ ਤਾਂ ਮੇਰੀ ਨਜ਼ਰ ਉਸ ਖਿੜਕੀ ਵਿੱਚੋਂ ਝਾਕਦੀ ਪਰਛਾਈ 'ਤੇ ਪਈ। ਉਸ ਘਰ ਵੱਲ ਖੁੱਲ੍ਹਦੀ ਖਿੜਕੀ ਮੈਂ ਬੰਦ ਕਰ ਦਿੱਤੀ। ਅੱਜ ਤਕਰੀਬਨ 15 ਦਿਨ ਹੋ ਗਏ ਹੋਣਗੇ। ਮੇਰੇ ਕੰਨ ਪਰ ਉਸ ਪਾਸੇ ਹੀ ਸਨ। ਲੱਗਦਾ ਜਿਵੇਂ ਘੁੰਗਰੂ ਵੱਜਣਗੇ ਅਤੇ ਗਾਣਿਆਂ ਦੀ ਆਵਾਜ਼ ਗੂੰਜੇਗੀ। ਇਹ ਕਿਹੋ ਜਿਹੀ ਬਸਤੀ ਹੋ ਜਿਸ ਵਿੱਚ ਮੈਂ ਰਹਿਣ ਆ ਗਈ ਹਾਂ। ਆਉਣ ਤੋਂ ਪਹਿਲਾਂ ਜੇ ਇੱਧਰੋਂ ਉੱਧਰੋਂ ਪੁੱਛਗਿੱਛ ਕੀਤੀ ਸੀ ਤਾਂ ਉਸ ਮੁਤਾਬਕ ਤਾਂ ਇਹ ਮੁਹੱਲਾ ਬੜਾ ਵਧੀਆ ਸੀ। ਇੱਕ ਪਾਸੇ ਸ਼ਹਿਰ ਦੇ ਮਸ਼ਹੂਰ ਖੰਨਾ ਕੰਟਰੈਕਟਰ ਦਾ ਵੱਡਾ ਆਲੀਸ਼ਾਨ ਘਰ, ਅਗਲੇ ਹੀ ਮੋੜ 'ਤੇ MLA ਦੇ ਸਾਲੇ ਦੀ ਕੋਠੀ। ਅਜਿਹੀ ਥਾਂ ਉਸ ਬਦਨਾਮ ਔਰਤ ਹਵਾ ਵਿੱਚ ਝੂਲਦੇ। ਇਹ ਪ੍ਰਸ਼ਨ ਮਨ ਵਿੱਚ ਚੈਨ ਵੀ ਨਾ ਰਿਹਾ। ਮੈਨੂੰ ਯਾਦ ਹੈ, ਮਈ ਜੂਨ ਦੀ ਤਪਦੀ ਗਰਮੀ ਵਿੱਚ ਜਦੋਂ ਇਹ ਮਕਾਨ ਵੇਖਣ ਆਏ ਸੀ, ਤਦ ਤੇਜ਼ ਤਿੱਖੀ ਗਰਮੀ ਕਾਰਨ ਸਭ ਘਰਾਂ ਦੇ ਦਰਵਾਜ਼ੇ ਬੰਦ, AC, ਕੂਲਰ ਅਤੇ TV ਦੀਆਂ ਆਵਾਜ਼ਾਂ ਵਿੱਚ ਬੱਚਿਆਂ ਦਾ ਸ਼ੋਰ ਸ਼ਰਾਬਾ ਵੀ ਦੱਬਿਆ ਪਿਆ ਸੀ। ਇੱਕਦਮ ਸ਼ਾਂਤ ਪਰ ਗਰਮ ਮੌਸਮ ਕਰਕੇ ਬੁਰਾ ਹਾਲ। ਤਦ ਇਹੀ ਜਨਾਨੀ ਸਾਡੇ ਲਈ ਠੰਡੇ ਪਾਣੀ ਦੀ ਬੋਤਲ ਲੈ ਕੇ ਆਈ। ਸਾਨੂੰ ਇਸੇ ਨੇ ਹੀ ਪਾਣੀ ਪਿਲਾਇਆ ਸੀ। ਉਹ ਤਾਂ ਸਗੋਂ ਖੁਸ਼ ਸੀ ਕਿ ਚਲੋ ਗੁਆਂਢ ਦੇ ਮਕਾਨ ਵਿੱਚ ਵੀ ਰੌਣਕ ਹੋਵੇਗੀ। ਖੁਸ਼ੀਆਂ ਦੀ ਮਹਿਕ ਉਹਦੇ ਘਰ ਤੱਕ ਵੀ ਆਵੇਗੀ। ਜਦੋਂ ਵੀ ਮਾੜਾ ਮੋਟਾ ਘਰ ਦਾ ਕੰਮ ਕਰਾਉਣ ਲਈ, ਕੋਈ ਹੋਰ ਟੁੱਟ ਭੱਜ ਠੀਕ ਕਰਨ ਲਈ ਅਸੀਂ ਆਉਂਦੇ ਹਾਂ ਤਾਂ ਉਹ ਹੀ ਸਾਡੇ ਲਈ ਠੰਡਾ ਪਾਣੀ, ਸ਼ਿਕੰਜਵੀ, ਇੱਥੋਂ ਤੱਕ ਕਿ ਰੋਟੀ ਤੱਕ ਦਾ ਪ੍ਰਬੰਧ ਵੀ ਕਰ ਦਿੰਦੀ।
ਹੁਣ ਜਦੋਂ ਅਸੀਂ ਪੱਕੇ ਤੌਰ 'ਤੇ ਰਹਿਣ ਲਈ ਆ ਗਏ ਤਾਂ ਪਤਾ ਲੱਗਾ ਇਹ ਬਦਨਾਮ ਇਸਤਰੀ ਹੈ। ਇਹ ਇੰਨੀ ਬਦਨਾਮ ਕਿਉਂ ਹੈ? ਅੱਜ ਸ਼ਰਮ ਨੂੰ ਇੱਕ ਪਾਸੇ ਰੱਖ ਕੇ ਪੁੱਛ ਹੀ ਲਿਆ ਮੈਂ ਆਪਣੇ ਸ਼ੁਭ ਚਿੰਤਕ ਨੂੰ, ਕੀ ਇਹ ਦੇਹ ਵਪਾਰ ਦਾ ਧੰਦਾ ਕਰਦੀ ਹੈ? ਚੁੱਪ। ਇਹ ਇੱਕ ਨੰਬਰ ਦੀ ਪੰਗੇਬਾਜ਼ ਹੈ। ਗੱਲ ਗੱਲ 'ਤੇ ਗਾਲੀ ਗਲੋਚ ਕਰਦੀ ਹੈ। ਇਹ ਧੀ ਭੈਣ ਇੱਕ ਕਰ ਦਿੰਦੀ ਆ। ਇਹਦਾ ਘਰ ਵਾਲਾ ਕੁਝ ਨਹੀਂ ਕਹਿੰਦਾ। ਘਰ ਵਾਲਾ ਉਹ ਤਾਂ ਇਹਨੂੰ ਛੱਡ ਗਿਆ, ਮਤਲਬ ਇਹ ਤਲਾਕਸ਼ੁਦਾ ਹੈ। ਤਲਾਕ ਤਲੂਕ ਕੋਈ ਨਹੀਂ ਹੋਇਆ। ਇਹ ਅਨਪੜ੍ਹ ਮੂਰਖ ਜੀ ਬਸ ਉਂਝ ਹੀ, ਮਤਲਬ ਇਹਦਾ ਘਰ ਵਾਲਾ ਦੂਜਾ ਵਿਆਹ ਕਰਵਾ ਚੁੱਕਾ ਹੈ। ਹਾਂ, ਇਸੇ ਕਰਕੇ ਤਦ ਘਰ ਕਿੱਦਾਂ ਚੱਲਦਾ? ਬਸ ਇਹੋ ਇੱਧਰੋਂ ਉੱਧਰ ਘਰਾਂ 'ਚ ਮਾੜਾ ਮੋਟਾ ਕੰਮ ਕਰ ਲਿਆ, ਕਿਸੇ ਦਾ ਜਵਾਕ ਸਾਂਭ ਲਿਆ, ਕੋਈ ਰੋਟੀ ਪਕਾ ਦਿੱਤੀ। ਇੰਜ ਨਿੱਕੇ ਮੋਟੇ ਕੰਮ ਨਾਲ ਕਿਵੇਂ ਘਰ ਦਾ ਖਰਚ ਤੁਰਦਾ ਹੈ? ਮੈਂ ਸ਼ੰਕਾ ਕੀਤੀ। ਮੇਰੇ ਪਤੀ ਇਹਦੀ ਮਦਦ ਕਰਨੀ ਚਾਹੁੰਦੇ ਸਨ। ਉਹਨਾਂ 'ਤੇ ਇਲਜ਼ਾਮ ਲਾਉਣ ਲੱਗੀ, ਇਹਦਾ ਆਪਣਾ ਕੋਈ ਨਹੀਂ ਹੈ ਨਾ ਆਪਣਾ ਪਰਾਂ ਖੱਬੇ ਪਾਸੇ ਜਿਹੜਾ ਘਰ ਹੈ ਇਹਦੇ ਦਿਓਰ ਦਰਾਣੀ ਦਾ, ਕੀ ਉਹ ਆਪਣੀ ਭਾਬੀ ਦੀ ਮਦਦ ਨਹੀਂ ਕਰਦੇ? ਆਪਣੇ ਦਿਓਰ ਲਈ ਵੀ ਕਹਿੰਦੀ ਆ ਇਹ ਰੋਜ਼ ਰਾਤ ਨੂੰ ਮੇਰਾ ਦਰਵਾਜ਼ਾ ਭੰਨਦਾ ਹੈ। ਭਲਾ ਕੌਣ ਬਦਨਾਮੀ ਲਵੇ? ਇਹ ਤਾਂ ਮੈਂ ਹੀ ਬਦਨਾਮ, ਸਭ ਨੂੰ ਇੱਜ਼ਤ ਪਿਆਰੀ ਹੈ। ਹੁਣ ਮੈਂ ਸਮਝ ਗਈ ਉਹ ਇਹ ਬਦਨਾਮ ਨਹੀਂ, ਬਲਕਿ ਸਵੈਮਾਨ ਕਰਕੇ ਕਿਸੇ ਦੀ ਮੁਹਤਾਜ ਨਹੀਂ। ਇਸੇ ਕਰਕੇ ਕਿਸੇ ਗੈਰ ਮਰਦ ਦੀ ਪਕੜ ਵਿੱਚ ਨਹੀਂ ਆਈ। ਸ਼ੁਭ ਚਿੰਤਕ ਨੂੰ ਅਣਵੇਖਿਆ ਕਰ ਖਿੜਕੀ ਖੋਲ੍ਹ ਦਿੱਤੀ। ਸ਼ੁਭ ਚਿੰਤਕ ਉੱਥੇ ਹੀ ਖੜੀ ਸੀ। ਤਦ ਮੈਂ ਕਿਹਾ, ਸੁਣ, ਮੈਨੂੰ ਬਦਨਾਮ ਔਰਤਾਂ ਵੀ ਚੰਗੀਆਂ ਲੱਗਦੀਆਂ ਹਨ। ਇਹ ਕਹਾਣੀ ਵੀ ਇੱਕ ਬਹੁਤ ਵਧੀਆ ਕਹਾਣੀ ਹੈ। ਇਸ ਵਿੱਚੋਂ ਔਰਤ ਦੇ ਸਵੈਮਾਨ ਦੀ ਗੱਲ ਕੀਤੀ ਹੈ। ਵੈਸੇ ਵੀ ਇਸ ਦੁਨੀਆ ਵਿੱਚ ਜੋ ਇਨਸਾਨ ਸਹੀ ਗੱਲ ਕਰਨ ਵਾਲਾ, ਬੇਬਾਕ ਜ਼ਿੰਦਗੀ ਜਿਉਣ ਵਾਲੇ ਨੂੰ ਮਾੜਾ ਕਿਹਾ ਜਾਂਦਾ ਹੈ, ਕਿਉਂਕਿ ਸਾਡੇ ਲੋਕ ਸੱਚ ਸੁਣਨ ਦੇ ਆਦੀ ਨਹੀਂ। ਇਸ ਕਹਾਣੀ ਵਿੱਚ ਇੱਕ ਔਰਤ ਇਕੱਲੀ ਰਹਿੰਦੀ ਹੈ। ਉਹ ਕਿਵੇਂ ਨਾ ਕਿਵੇਂ ਆਪਣਾ ਗੁਜ਼ਾਰਾ ਕਰਦੀ ਹੈ, ਪਰ ਕਿਸੇ ਦੀ ਮੁਹਤਾਜ ਨਹੀਂ ਰਹਿਣਾ ਚਾਹੁੰਦੀ, ਪਰ ਲੋਕ ਉਸ ਨੂੰ ਮਾੜਾ ਕਹਿੰਦੇ ਹਨ। ਇਸੇ ਤਰ੍ਹਾਂ ਔਰਤ ਦੇ ਸ਼ੋਸ਼ਣ ਨਾਲ ਸੰਬੰਧਿਤ ਕਹਾਣੀਆਂ ਹਨ। ਮੇਰੇ ਸੁਪਨੇ, ਮੇਰੀਆਂ ਰੀਝਾਂ, ਪਿਆਰ, ਅਣਕਿਆਸ, ਗਰੀਬੀ ਦੀ ਧੁੰਦ, ਰਾਹ ਦੀ ਚੋਣ, ਸੰਨਿਆਸੀ ਦਾ ਸੰਨਿਆਸ, ਹੱਡੀ, ਪਰਿਵਾਰ, ਚੌੜੀ ਛਾਤੀ, ਸਬੰਧ, ਤਿੜਕਿਆ ਸੱਚ। ਇਹਨਾਂ ਕਹਾਣੀਆਂ ਵਿੱਚ ਔਰਤ ਦਾ ਦਰਦ ਵੱਖ-ਵੱਖ ਤਰ੍ਹਾਂ ਨਾਲ ਬਿਆਨ ਕੀਤਾ ਹੈ। ਹੁਣ ਅਗਲੀ ਕਹਾਣੀ ਪੜ੍ਹਦੇ ਹਾਂ। ਕੁਤਰੇ ਹੋਏ ਖੰਭ। ਕੁੜੀ ਸੀ, ਵੱਡੀ ਹੋ ਰਹੀ ਹੈ, ਪਰ ਮੈਨੂੰ ਤਾਂ ਅਧਖੜ ਲੱਗਦੀ ਹੈ। ਸਵੇਰੇ ਠੀਕ 9 ਵਜੇ ਦਰਵਾਜ਼ਾ ਖੜਕਾਉਂਦੀ, ਬਿਨਾਂ ਆਗਿਆ ਦੀ ਉਡੀਕ ਕੀਤੇ ਹਵਾ ਦੇ ਘੋੜੇ 'ਤੇ ਸਵਾਰ ਵਾਂਗ ਧੁੱਸ ਦਿੱਤੇ ਅੰਦਰ ਆਉਂਦੀ ਹੈ। ਸਮਾਜਿਕ ਵਰਗ ਵੰਡ ਵੇਖਾਂ ਤਾਂ ਇੱਕ ਪਾਸੇ ਮੇਰੇ ਸਕੂਲ ਦੇ ਚੰਗੇ ਖਾਂਦੇ ਪੀਂਦੇ ਘਰਾਂ ਦੇ ਬੱਚੇ, ਦੂਜੇ ਪਾਸੇ ਆ ਨਵੀਂ ਅਧਖੜ ਲੱਗਦੀ ਕੰਮੋਂ। ਅੱਜ ਕੀ ਫਿਰ ਤੋਂ ਇੱਕ ਔਖਾ ਜਿਹਾ ਸਵਾਲ ਕਰਦੀ ਹੈ। ਇੱਕਦਮ ਸਾਹਮਣੇ ਵੱਡੀ ਤੋਪ ਵਾਂਗ ਆ ਖੜਦੀ ਹੈ। ਟਿਕ ਟਿਕ ਅਗਾਂਹ ਨੂੰ ਸਰਕਦੀ ਘੜੀ ਦੀ ਸੂਈ। ਚੜ੍ਹਦਾ ਦਿਨ, ਵਕਤ ਤੋਂ ਬੇਖਬਰ, ਕੁਝ ਲਿਖਣ 'ਚ ਮਗਨ। ਮੈਂ ਇੱਕਦਮ ਜਿਵੇਂ ਹੋਸ਼ ਵਿੱਚ ਆਈ ਹੋਵਾਂ। ਹੜਬੜਾ ਕੇ ਮੈਂ ਉਹਦੇ ਵੱਲ ਵੇਖ ਕੇ ਖੁਦ ਹੀ ਆਪਣੇ ਆਪ ਨੂੰ ਪੁੱਛ ਬਹਿੰਦੀ ਹਾਂ, ਕੀ ਕਰੀਏ ਅੱਜ, ਕੀ ਧਰੀਏ ਅੱਜ? ਸੱਚ ਕਹਾਂ ਤਾਂ ਮੈਂ ਖੁਦ ਨੂੰ ਹੀ ਅਜੇ ਬਚਪਨ ਵਿੱਚ ਸਮਝਦੀ ਹਾਂ। ਅਜਿਹੇ ਵਿੱਚ ਘਾਹ ਫੂਸ ਝਾੜੀਆਂ ਵਰਗੀ ਉਲਝੀ ਜਿਹੀ ਇਹ ਕੁੜੀ। ਤੁਸੀਂ ਜੋ ਕਹੋਗੇ ਮੈਂ ਬਣਾ ਲਵਾਂਗੀ। ਅਚਾਨਕ ਇੱਕ ਛੋਟੀ ਬੱਚੀ ਵਿੱਚ ਤਬਦੀਲ ਹੋ ਜਾਂਦੀ। ਸਿਆਣੀ ਹੈ, ਇਸੇ ਕਰਕੇ ਮੇਰੀਆਂ ਅੱਖਾਂ 'ਚੋਂ ਉਦਾਸੀ ਦੀ ਪਰਤ ਵੇਖ ਲੈਂਦੀ ਆ। ਅੱਜ ਰਾਜਮਾਂਹ ਚੌਲ ਬਣਾ ਲੈ, ਤੇਰਾ ਕੰਮ ਸੌਖਾ ਹੋ ਜੂ। ਮੈਨੂੰ ਲੱਗਾ ਇਹਦਾ ਬਚਪਨ ਬਣਿਆ ਰਹੇ। ਮੈਨੂੰ ਕੋਈ ਕਾਹਲ ਨਹੀਂ, ਸੋਚ ਲਵੋ, ਜੋ ਆਖੋਗੇ ਬਣਾ ਦਿਓ। ਉਹ ਆਪਣੀ ਲਗਨ ਦੀ ਪੱਕੀ ਕੰਮਕਾਰ ਨੂੰ ਤਕੜੀ ਸੀ। ਫਿਰ ਇੰਜ ਕਰ, 4 ਪਰੌਠੇ ਹੀ ਲਾ ਲੈ। ਅੱਖ ਮਟਕਾਉਂਦੀ ਉਸੇ ਵੇਲੇ ਰਸੋਈ 'ਚ ਵੜ ਗਈ। ਮੈਂ ਵੀ ਮਨ ਦੀ ਉਦਾਸੀ ਨੂੰ ਉੱਥੇ ਹੀ ਕਿਤਾਬਾਂ 'ਚ ਨੱਪ ਕੇ ਪੜ੍ਹਨ ਲਿਖਣ ਦਾ ਕੰਮ ਸਮੇਟ ਨਹਾਉਣ ਦੀ ਤਿਆਰੀ ਕਰਨ ਲੱਗੀ। ਕੈਮਿਸਟਰੀ ਦੇ ਨਵੇਂ ਅਧਿਆਪਕਾਂ ਦੀ
ਭਰਤੀ ਲਈ ਉਹਨਾਂ ਦੀ ਇੰਟਰਵਿਊ ਲੈਣ ਲਈ ਜਲਦੀ ਜਾਣਾ ਸੀ। ਮੈਂ ਸਕੂਲ ਦੀ ਮੁਖੀ ਹੀ ਸਕੂਲ ਲੇਟ ਜਾਵਾਂ ਤਾਂ ਫਿਰ ਕਿੰਜ ਮੈਂ ਦੂਜਿਆਂ ਨੂੰ ਸਮੇਂ ਸਿਰ ਅਨੁਸ਼ਾਸਨ ਵਿੱਚ ਰਹਿਣ ਲਈ ਕਹਿ ਸਕਦੀ ਹਾਂ। ਕੰਮੋ ਜਰਾ ਇੱਧਰ ਆ, ਇਹ ਸੈਲਫ 'ਤੇ ਸ਼ੈਂਪੂ ਪਿਆ, ਜਰਾ ਫੜਾਈ, ਹੁਣੇ ਲਿਆਈ, ਫੜੋ, ਅੱਜ ਵਾਲ ਧੋਣੇ ਆ। ਉਹ ਫਿਰ ਤੋਂ ਅੱਧਖੜ ਬਣ ਗਈ। ਹਾਂ, ਨਾ ਧੋਵੋ, ਅੱਜ ਸ਼ਨੀਵਾਰ ਹੈ। ਸ਼ਨੀਵਾਰ ਦਾ ਵਾਲ ਧੋਣ ਨਾਲ ਕੀ ਸੰਬੰਧ? ਉਹ ਤਾਂ ਨਹੀਂ ਪਤਾ, ਪਰ ਧੋਣੇ ਨਹੀਂ ਚਾਹੀਦੇ। ਮਾਂ ਦਾਦੀ ਇਹੋ ਕਹਿੰਦੀਆਂ ਸਨ। ਇਹ ਕਹਿੰਦੇ ਹੋਏ ਉਹਦੇ ਚਿਹਰੇ 'ਤੇ ਫਿਰ ਬਚਪਨਾ ਜਿਹਾ ਆ ਗਿਆ। ਮਾਂ ਦਾਦੀ ਤੋਂ ਪੁੱਛਿਆ ਨਹੀਂ ਬਈ ਕਿਉਂ ਸ਼ਨੀਵਾਰ ਵਾਲ ਨਹੀਂ ਧੋਂਦੇ? ਉਹਦੀਆਂ ਅੱਖਾਂ ਇੱਕਦਮ ਚੌੜੀਆਂ ਹੋ ਗਈਆਂ। ਕਾਹਲ ਨਾਲ ਬੋਲੀ, ਪੁੱਛਿਆ ਸੀ ਪਰ ਉਹਨਾਂ ਨੂੰ ਵੀ ਨਹੀਂ ਪਤਾ। ਉਹ ਕਹਿੰਦੀਆਂ ਸਾਨੂੰ ਨਹੀਂ ਪਤਾ, ਜੋ ਵੱਡੇ ਬਜ਼ੁਰਗ ਕਹਿੰਦੇ ਆ ਉਹ ਠੀਕ ਹੀ ਹੋਵੇਗਾ। ਇਹੋ ਸਾਰੇ ਕਹਿੰਦੇ ਆ ਤਾਂ ਮੰਨਣਾ ਤਾਂ ਪੈਂਦਾ ਹੀ ਹੈ। ਮਤਲਬ ਭੇਡ ਚਾਲ। ਕੱਲ੍ਹ ਤੋਂ ਕੰਮ 'ਤੇ ਨਾ ਆਏ। ਮੈਂ ਗੁੱਸੇ 'ਚ ਕਿਹਾ, ਮੈਨੂੰ ਮਾफ़ ਕਰ ਦਿਓ, ਅੱਗੇ ਤੋਂ ਇੰਜ ਨਹੀਂ ਕਹਿੰਦੀ। ਉਹ ਰੋਣ ਹੱਕੀ ਹੋਈ ਬੋਲੀ। ਉਹ ਉਹਨਾਂ ਨੂੰ ਬੱਚੀ ਅਧਖੜ ਨਹੀਂ ਲੱਗਦੀ ਸੀ। ਨਾ ਕੋਈ ਮਾफ़ੀ ਨਹੀਂ, ਹੁਣ ਤੈਨੂੰ ਪੜ੍ਹਨ ਦੀ ਸਜ਼ਾ ਮਿਲੂ। ਘਰੋਂ ਸਿੱਧੀ ਸਕੂਲ, ਰੋਟੀ ਬਣਾਉਣ ਦੀ ਨਹੀਂ, ਪੜ੍ਹਨ ਦੀ ਤਨਖਾਹ ਮਿਲੂ, ਸਮਝ ਗਈ? ਉਹ ਫਿਰ ਤੋਂ ਅਧਖੜ ਨਾ ਬਣ ਜਾਵੇ। ਮੈਂ ਘਬਰਾ ਗਈ। ਇਸ ਕਹਾਣੀ ਵਿੱਚ ਅੰਧ ਵਿਸ਼ਵਾਸ ਜੋ ਸਦੀਆਂ ਤੋਂ ਚੱਲੇ ਆ ਰਹੇ ਹਨ ਉਹਨਾਂ ਨੂੰ ਤੋੜਦੀ ਹੈ। ਇਸ ਵਿੱਚ ਇੱਕ ਔਰਤ ਹੀ ਔਰਤ ਨੂੰ ਸਵਾਲ ਕਰਦੀ ਹੈ, ਸਾਨੂੰ ਸ਼ਨੀਵਾਰ ਕੇਸ ਕਿਉਂ ਨਹੀਂ ਧੋਣੇ ਚਾਹੀਦੇ? ਇਸ ਦਾ ਜਵਾਬ ਦੇਵੇ, ਪਰ ਉਸ ਨੂੰ ਨਹੀਂ ਪਤਾ। ਉਹ ਆਪਣੇ ਬਜ਼ੁਰਗਾਂ ਵੱਲ ਇਸ਼ਾਰਾ ਕਰਦੀ ਹੈ ਤੇ ਉਹਨਾਂ ਨੇ ਦੱਸਿਆ, ਪਰ ਇਹ ਨਹੀਂ ਦੱਸਿਆ ਵੀ ਕਿਉਂ। ਬਸ ਕਈ ਗੱਲਾਂ ਅਸੀਂ ਜਿਵੇਂ ਚੱਲੀਆਂ ਆਉਂਦੀਆਂ ਮੰਨੀ ਜਾਂਦੇ ਹਾਂ, ਪਰ ਉਸ ਪਿੱਛੇ ਕੋਈ ਕਾਰਨ ਵੀ ਹੈ ਜਾਣਦੇ ਹਾਂ? ਬਿਲਕੁਲ ਨਹੀਂ। ਇਸੇ ਨੂੰ ਅੰਧ ਵਿਸ਼ਵਾਸ ਕਹਿੰਦੇ ਹਨ। ਸਾਨੂੰ ਅੰਧ ਵਿਸ਼ਵਾਸ ਖਤਮ ਕਰ ਦੇਣੇ ਚਾਹੀਦੇ ਹਨ। ਬਾਕੀ ਸਾਥੀਓ, ਹੋਰ ਵੀ ਬਹੁਤ ਕਹਾਣੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਾਡੇ ਸਮਾਜ ਵਿੱਚ ਜੋ ਗਲਤ ਹੋ ਰਿਹਾ ਹੈ ਉਸ ਨੂੰ ਧਿਆਨ ਵਿੱਚ ਲਿਆਂਦਾ ਹੈ। ਲੇਖ ਦਾ ਕੰਮ ਇਹੀ ਹੈ ਕਿ ਸਮਾਜ ਵਿੱਚ ਹੋ ਰਹੇ ਗਲਤ ਵਰਤਾਰੇ ਬਾਰੇ ਲੋਕਾਂ ਦੇ ਧਿਆਨ ਵਿੱਚ ਲਿਆਵੇ ਤੇ ਉਸ ਵਰਤਾਰੇ ਵਿੱਚ ਸੁਧਾਰ ਹੋਵੇ। ਕਾਂਤਾ ਰਾਏ ਜੀ ਬਜ਼ੁਰਗਾਂ ਦੀ ਬੇਕਦਰੀ, ਕਿਸਾਨਾਂ ਦਾ ਦੁੱਖ ਦਰਦ, ਆਮ ਮਨੁੱਖ ਦੀ ਬੇਵਸੀ, ਹੋਰ ਸਮਾਜਿਕ ਸਮੱਸਿਆਵਾਂ ਨਾਲ ਸੰਬੰਧਿਤ ਕਹਾਣੀਆਂ ਪੇਸ਼ ਕੀਤੀਆਂ ਹਨ, ਜਿਵੇਂ ਨੀਲੀ ਸਿਆਹੀ ਦਾ ਸੱਪ, ਕਾਗਜ਼ ਦਾ ਪਿੰਡ, ਬੇਰੁਜ਼ਗਾਰੀ, ਗਰੀਬ, ਭੁੱਖ ਦਾ ਅਸਰ, ਗਰੀਬ ਹੋਣ ਦਾ ਸੁੱਖ, ਪ੍ਰਜਾਤੰਤਰ, ਅਮੀਰਾਂ ਦੀ ਫੌੜੀ, ਅਲੋਪ, ਕਿਸਾਨ, ਨਵਾਂ ਰਸਤਾ, ਮੁਰਦੇ ਦੀ ਸ਼ਾਨ ਆਦਿ ਕਹਾਣੀਆਂ ਪੜ੍ਹਨਯੋਗ ਹਨ। ਇਸ ਕਿਤਾਬ ਲਈ ਵਿਵੇਕ ਕੋਟੀਸੇ ਖਾਂ ਨੇ ਕਾਫੀ ਮਿਹਨਤ ਕੀਤੀ ਹੈ। ਉਹਨਾਂ ਨੇ ਕਾਂਤਾ ਰਾਏ ਜੀ ਦੀਆਂ 94 ਮਿੰਨੀ ਕਹਾਣੀਆਂ ਇਕੱਠੀਆਂ ਕਰਕੇ ਕਿਤਾਬ ਦੇ ਰੂਪ ਵਿੱਚ ਲੋਕ ਅਰਪਣ ਕੀਤੀਆਂ ਹਨ। ਲੇਖਿਕਾ ਕਾਂਤਾ ਰਾਏ ਜੀ ਦੀ ਇਹ ਹਿੰਦੀ ਮਿੰਨੀ ਕਹਾਣੀਆਂ ਦਾ ਪੰਜਾਬੀ ਅਨੁਵਾਦ ਪੜ੍ਹ ਕੇ ਆਪਣੀ ਰਾਏ ਜ਼ਰੂਰ ਦਿਓ। ਮੈਂ ਆਸ ਕਰਦਾ ਹਾਂ ਵਿਵੇਕ ਕੋਟੀਸੇ ਖਾਂ ਜੀ ਇਹ ਕੰਮ ਆਪਣਾ ਜਾਰੀ ਰੱਖਣਗੇ। ਸਾਥੀਓ, ਇਹ ਕਿਤਾਬ ਜ਼ਰੂਰ ਪੜ੍ਹੋ। ਪੜ੍ਹ ਕੇ ਮੇਰੇ ਚੈਨਲ 'ਤੇ ਕਮੈਂਟ ਵੀ ਕਰੋ, ਸਬਸਕ੍ਰਾਈਬ ਵੀ ਕਰ ਦਿਓ। ਧੰਨਵਾਦ ਸਾਥੀਓ, ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਕਿਤਾਬ ਨਾਲ।